ये भी मेरी डेथ हो गई। गुरप्रीत सिंह कहंदा इन्हां ने क्लेम लेना सी 4.5 करोड़ रुपए दा ते मेरे हसबैंड नूं मार के उत्थे उन्हां दी बॉडी दा संस्कार कीता फुੱਲ चुके हैं ते सानू इन्हां ने कुछ भी नहीं दिता। मैं चाहुंदी हां भी इन्हां नूं फांसी दी सज़ा दिवाओ। फांसी दी सज़ा इन्हां नूं मिलनी ही चाहिए ते कदे जेल चों बाहर नहीं आने चाहिए जे आके किसी होर दा घर बर्बाद कर देणगे। नजर आ रहा है जिस तरह पुलिस ने ट्रेस किया तुसीं किस तरह देखते हो किवें पुलिस वालियां दा मैं बहुत धन्नवाद करती हाँ हथ जोड़ के जिन्होंने मेरी एक छोटी जी एप्लीकेशन दी हुई तो एड्डी बड़ी कार्रवाई करके मेरे पति को इंसाफ दिवाया। ਤੁਹਾਡਾ ਕੀ ਨਾਮ ਹੈ? जीवनदीप ਕਿਵੇਂ ਦਾ ਕੀ ਨਾਮ ਸੀ? सुखजीत सिंह। ਤੁਹਾਨੂੰ ਕਿਵੇਂ ਸ਼ੱਕ ਹੋਇਆ ਸੀ ਕਿ ਕਿਉਂਕਿ ਉਹ ਇਹਨਾਂ ਦੇ ਨਾਲ ਰਹਿੰਦੇ ਸੀ, ਇਹਨਾਂ ਦੇ ਫੋਨ ਉਹਨਾਂ ਨੂੰ ਜਾਂਦੇ ਸੀ ਤੇ ਉਹ ਇਹਨਾਂ ਨੂੰ ਕਰਦੇ ਸੀ। ਜਿਸ ਦਿਨ ਇਹ ਘਰੋਂ ਗਏ ਆ ਗੁਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ ਮੇਰੇ ਹਸਬੈਂਡ ਨੇ ਫੋਨ ਚੱਕਿਆ ਨਹੀਂ। ਜਦ ਮੈਂ ਗੁਰਪ੍ਰੀਤ ਨੂੰ ਕੀਤਾ ਉਹਨਾਂ ਨੇ ਵੀ ਨਹੀਂ ਚੱਕਿਆ। ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰੇ ਭੇਜਿਆ ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ। ਫਿਰ ਹੌਲੀ ਹੌਲੀ ਸਾਡਾ ਸ਼ੱਕ ਵੱਧਦਾ ਚਲਿਆ ਗਿਆ। फिर असी SSP मैडम को अपनी दरखास्त लैके आए सी, उन्होंने साडी पूरी सुनवाई की। असल च गल ये निकली कि जिहड़ा गुरप्रीत सिंह सी उन्हें अपनी मौत फेक की, उन्हें अपनी मौत का एक ड्रामा रचिया ते इस ड्रामे दे विच एक निर्दोष ते इनोसेंट बंदे का कोल्ड ब्लडेड मर्डर किया। इस मर्डर दे विच जिहड़े होर बंदे इनवॉल्व सीगे वो सीगे एक इंश्योरेंस एजेंट राकेश शर्मा, जिन्हां ने इन्हां नूं ये आइडिया दिता सीगा कि तुसीं एक्सीडेंटल इंश्योरेंस करा लो। इन्हां दियां 3 अड-अड इंश्योरेंस पॉलिसीज़ कीतियां सीगियां गुरप्रीत सिंह दी 2 करोड़ दी ते 1 करोड़ दी ते एक होर 1 करोड़ दी, तां जो एक्सीडेंटल डेथ दिखा के ये इंश्योरेंस क्लेम कर सकन। इहदा जिहड़ा प्राइम मूवर है इस क्राइम का, जो ਇਹਦਾ ਸਭ ਤੋਂ ਵੱਡਾ ਜਿਹਨੇ ਸਾਰੀ पूरी कॉन्स्पिरेसी रची है वो सुखविंदर संघा है, जो कि भगड़ाणे पिंड का रहने वाला है। इन्हें ਜਿਹੜੇ इस केस ਦੇ ਵਿੱਚ ਹੋਰ ਮਿਲਦੇ ਜੁਲਦੇ ਜਿਹੜੇ ਇਹਨਾਂ ਦੇ ਨਾਲ ਕੋ ਅਕਿਊਜ਼ ਸੀ, ਜਿੱਤੋਂ ਇਹਨਾਂ ਨੇ ਕਿਸੇ ਇੱਕ ਬੰਦੇ ਤੋਂ ਦਵਾਈ ਮੰਗਾਈ, ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਿਲਾ ਕੇ ਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬੇਹੋਸ਼ ਰਹੇ ਤੇ ਉਹਨੂੰ ਪਤਾ ਨਾ ਚੱਲੇ। ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਲੰਘਾਤਾ। ਟੀਮ ਹੈ, ਇਹਨਾਂ ਨੇ ਇੱਕ ਬੜੇ ਹੀ ਸਨਸਨੀਖੇਜ਼ ਅਤੇ ਘਿਨੌਣੇ ਮਰਡਰ ਕੇਸ ਨੂੰ ਟ੍ਰੇਸ ਕੀਤਾ ਹੈ ਤੇ ਸਾਰੇ ਅਕਿਊਜ਼ ਨੂੰ ਫੜਿਆ ਹੈ। ਇਹ ਇੱਕ ਅਜਿਹਾ ਕੇਸ ਹੈ ਜੋ ਜਿਹਦੀਆਂ ਡਿਟੇਲਸ ਸਹੀ ਤਰੀਕੇ ਦੇ ਨਾਲ ਸਹੀ ਤੌਰ ਦੇ ਵਿੱਚ ਦਿਲ ਦਹਿਲਾ ਲੈਣ ਵਾਲੀਆਂ ਨੇ। ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਪੁਲਿਸ ਸਰਹੰਦ ਥਾਣੇ ਦੇ ਵਿੱਚ 19 ਤਰੀਕ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਸੁਖਜੀਤ ਸਿੰਘ ਨਾਮ ਦਾ ਬੰਦਾ ਜੋ ਸਾਨੀਪੁਰ ਦਾ ਰਹਿਣ ਵਾਲਾ ਸੀਗਾ ਉਹ ਮਿਸਿੰਗ ਹੋ ਗਿਆ। ਉਹਦੇ ਪਰਿਵਾਰ ਵੱਲੋਂ, ਉਹਦੀ ਵਾਈਫ ਵੱਲੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ। ਇਹਦੀ ਅਸੀਂ ਮਿਸਿੰਗ ਦੀ ਰਪਟ ਪਾਈ ਸੀਗੀ ਤੇ ਇਹਦੀ ਜੋ ਅੱਗੇ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਗਈ ਸੀਗੀ। ਉਸ ਤੋਂ ਬਾਅਦ ਜਦੋਂ ਇਹਦੀ ਸਰਚ ਕੀਤੀ ਗਈ ਤਾਂ ਸਰਹੰਦ ਨਹਿਰ, ਜਿਹੜਾ ਸਾਨੀਪੁਰ ਨਹਿਰ ਜਿਹੜੀ ਪਟਿਆਲਾ ਰੋਡ ਵੱਲ ਸੜਕ ਜਾਂਦੀ ਹੈ, ਉੱਥੇ ਦਾ ਮੋਟਰਸਾਈਕਲ ਤੇ ਕੁਝ ਦੂਰ ਇਹਦੀਆਂ ਚੱਪਲਾਂ ਤੇ ਇਹਦਾ ਫੋਨ ਇਹਦਾ ਦੱਬਿਆ ਹੋਇਆ ਸੀਗਾ ਇੱਕ ਪੇੜ ਦੇ ਥੱਲੇ। ਉਸ ਚੀਜ਼ ਦੀ ਰਿਕਵਰੀ ਹੋਈ ਸੀਗੀ। ਪਰ ਇਸ ਚੀਜ਼ ਤੋਂ ਇਹ ਗੱਲ ਸ਼ੱਕੀ ਜਾਪਦੀ ਸੀਗੀ ਕਿਉਂਕਿ ਜੋ ਸੀਨ ਆਫ ਕ੍ਰਾਈਮ ਸੀਗਾ, ਜਿੱਥੋਂ ਬੰਦਾ ਮਿਸਿੰਗ ਹੋਇਆ ਸੀਗਾ, ਉਹ ਚੀਜ਼ ਨਾਲ ਉਹਦੇ ਘਰਦਿਆਂ ਨੂੰ ਤੇ ਪੁਲਿਸ ਨੂੰ ਵੀ ਸ਼ੱਕ ਹੋਣ ਲੱਗ ਗਿਆ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਕੁਝ ਹੋਰ ਗੱਲ ਹੈ। 24 ਤਰੀਕ ਨੂੰ ਇਹਦੀ 346 ਦਾ ਪਰਚਾ ਦਰਜ ਕਰ ਦਿੱਤਾ ਸੀਗਾ 92 ਨੰਬਰ FIR ਸਰਹੰਦ ਥਾਣੇ ਦੇ ਵਿੱਚ। ਇਹ ਤਾਂ ਕੀਤੀ ਗਈ ਸੀਗੀ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਕਿਤੇ ਮਿਲ ਨਹੀਂ ਰਿਹਾ ਸੀਗਾ ਤੇ ਮਿਸਿੰਗ ਲੱਗ ਰਿਹਾ ਸੀ ਤੇ ਉਹਦੀ ਫੈਮਿਲੀ ਨੂੰ ਪੂਰਾ ਸ਼ੱਕ ਸੀਗਾ ਵੀ ਇਹਦੇ ਵਿੱਚ ਕੋਈ ਗੜਬੜ ਹੈ। ਤੇ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਫਤਿਹਗੜ੍ਹ ਸਾਹਿਬ ਪੁਲਿਸ ਦੀ ਜੋ ਟੀਮ ਹੈ ਉਹਨਾਂ ਨੇ ਇਸ ਬੰਦੇ ਦੀ ਭਾਲ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਜਦੋਂ ਭਾਲ ਸ਼ੁਰੂ ਕੀਤੀ ਤਾਂ DSP PBI ਗੁਰਬੰਸ ਬੈਂਸ ਦੀ ਟੀਮ ਨੇ ਇਹ ਗੱਲ ਇਸਟੈਬਲਿਸ਼ ਕਰਤੀ ਸੀਗੀ ਕਿ ਮਰਨ ਤੋਂ 15-20 ਦਿਨ ਪਹਿਲਾਂ ਤੋਂ ਇਹ ਇੱਕ ਗੁਰਪ੍ਰੀਤ ਨਾਮ ਦੇ ਬੰਦੇ ਦੇ ਨਾਲ ਇੰਟੈਚ ਸੀਗਾ ਜੋ ਕਿ ਹੁਸੈਨਪੁਰ ਦਾ ਰਹਿਣ ਵਾਲਾ ਸੀਗਾ। ਇਹ ਜਿਹੜਾ ਗੁਰਪ੍ਰੀਤ ਨਾਮ ਦਾ ਬੰਦਾ ਸੀਗਾ ਇਹ ਇਸ ਨੂੰ ਸ਼ਰਾਬ ਪਿਲਾਉਂਦਾ ਹੁੰਦਾ ਸੀਗਾ। ਇਹਨੂੰ ਥੋੜ੍ਹੇ ਬਹੁਤ ਪੈਸੇ 200 300 500 ਦੇ ਕੇ ਸ਼ਰਾਬ ਲਈ ਬੁਲਾ ਲੈਂਦਾ ਹੁੰਦਾ ਸੀ। ਇਸ ਗੱਲ ਤੋਂ ਇਹਦੇ ਘਰ ਦੇ ਬਹੁਤ ਦੁਖੀ ਸੀਗੇ, ਇਹਦੀ ਵਾਈਫ ਬਹੁਤ ਦੁਖੀ ਸੀ। ਇਸ ਗੱਲ ਤੇ ਇਹਦੀ ਵਾਈਫ ਨੇ ਜਿਹੜਾ ਗੁੱਸਾ ਵੀ ਜ਼ਾਹਰ ਕੀਤਾ ਸੀਗਾ। ਜਦੋਂ ਸਾਨੂੰ ਇਸ ਗੱਲ ਦਾ ਪਤਾ ਚੱਲਿਆ ਤੇ ਅਸੀਂ ਗੁਰਪ੍ਰੀਤ ਸਿੰਘ ਬਾਰੇ ਹੋਰ ਇਨਵੈਸਟੀਗੇਟ ਕਰਨ ਲੱਗੇ ਤਾਂ ਇਹ ਪਤਾ ਚੱਲਿਆ ਕਿ ਗੁਰਪ੍ਰੀਤ ਸਿੰਘ ਮਰ ਚੁੱਕਾ ਹੈ। ਉਹਦੀ ਮੌਤ ਦਾ ਜੋ ਵੇਰਵਾ ਦਿੱਤਾ ਗਿਆ ਉਹਦੇ ਘਰਦਿਆਂ ਵੱਲੋਂ ਇਹ ਦਿੱਤਾ ਗਿਆ ਕਿ ਉਹ ਐਕਸੀਡੈਂਟ 'ਚ ਮਰ ਗਿਆ ਤੇ 304 ਦਾ ਜਿਹੜਾ ਪਰਚਾ ਵੀ ਹੈ ਉਹ ਬਸੰਤਪੁਰੇ ਚੌਂਕੀ 'ਚ ਦਰਜ ਹੈ।
ਜਦੋਂ ਉੱਥੇ ਅਸੀਂ ਡੀਪਲੀ ਇਨਵੈਸਟੀਗੇਟ ਕਰਨ ਲੱਗੇ ਤੇ ਉੱਥੇ ਅਸੀਂ ਸਾਰਾ ਫੋਰੈਂਸਿਕ ਰਿਕਾਰਡ ਕਢਾਇਆ ਤਾਂ ਇਹ ਮਾਮਲਾ ਬਹੁਤ ਹੀ ਸ਼ੱਕੀ ਲੱਗਣ ਲੱਗਿਆ ਤੇ ਇਹ ਗੱਲ ਕਲੀਅਰ ਹੋ ਗਈ ਕਿ ਜਿਹੜਾ ਮਰਨ ਵਾਲਾ ਬੰਦਾ ਸੀਗਾ ਉਹ ਗੁਰਪ੍ਰੀਤ ਨਹੀਂ ਸੀ। ਤੇ ਜਦੋਂ ਉਹਦੀ ਫੋਟੋਜ਼ ਦੀ ਬੋਡੀ ਦੀ ਸ਼ਨਾਖਤ ਜਿਹੜੀ ਹੈ ਸੁਖਦੀਪ ਦੀ ਫੈਮਿਲੀ ਤੋਂ, ਜੀਵਨਜੋਤ ਕੌਰ ਉਹਦੀ ਵਾਈਫ, ਉਹਦੀ ਸਿਸਟਰ ਤੇ ਮਦਰ ਤੋਂ ਕਰਾਈ ਗਈ ਤਾਂ ਉਹਨਾਂ ਨੇ ਕਲੀਅਰ ਤੌਰ ਤੇ ਪਛਾਣਿਆ ਕਿ ਇਹ ਜਿਹੜਾ ਹੈਗਾ ਇਹ ਸਾਡਾ ਬੇਟਾ ਹੈ। ਤੇ ਇਹਦੇ ਵਿੱਚ ਵੀ ਕਈ ਫੋਰੈਂਸਿਕ ਟੂਲਸ ਦੀ ਵਰਤੋਂ ਕੀਤੀ ਗਈ ਸੀਗੀ। ਇੱਕ ਬੜਾ ਕਲੀਅਰ ਐਵੀਡੈਂਸ, ਕਿਉਂਕਿ ਬੋਡੀ ਇੰਨੀ ਬੁਰੀ ਤਰੀਕੇ ਨਾਲ ਇਹਨਾਂ ਨੇ ਮੈਂਗਲ ਕੀਤੀ, ਇੰਨੀ ਬੁਰੀ ਤਰੀਕੇ ਦੇ ਨਾਲ ਬੋਡੀ ਨੂੰ ਡਿਸਟਰੋਏ ਕੀਤਾ ਤਾਂ ਜੋ ਉਹਦੀ ਸ਼ਨਾਖਤ ਦੇ ਵਿੱਚ ਪੁਲਿਸ ਸ਼ਨਾਖਤ ਨਾ ਕਰ ਸਕੇ। ਇਹ ਇਹਨਾਂ ਦਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਤਾਂ ਕਿ ਇਹ ਜਿਹੜਾ ਪੁਲਿਸ ਨੂੰ ਮਿਸਗਾਈਡ ਕਰ ਸਕੇ, ਉਹਦੀ ਸ਼ਕਲ ਬਿਲਕੁਲ ਮੈਂਗਲ ਕਰਤੀ। ਤੇ ਦੂਜੀ ਗੱਲ, ਜਿਸ ਗੱਲ ਤੇ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ ਕਿ ਫੈਮਿਲੀ ਮੈਂਬਰਸ ਹੀ ਆ ਕੇ ਸ਼ਨਾਖਤ ਕਰਦੇ ਨੇ, ਇਸ ਕੇਸ 'ਚ ਉਹਦੀ ਫੈਮਿਲੀ ਹੀ ਉਹ ਕਨਸਪੀਰੇਟਰ ਹੈ, ਹਮ ਮਸ਼ਵਰਾ ਸੀ। ਉਹਨਾਂ ਨੇ ਆ ਕੇ ਉੱਥੇ ਕਹਿਤਾ, ਉਹਦੀ ਵਾਈਫ ਨੇ ਆ ਕੇ ਉੱਥੇ ਰਿਕਾਰਡ ਲਿਖਾਤਾ, ਬਿਆਨ ਵੀ ਲਿਖਾਤਾ ਕਿ ਜੀ ਇਹ ਮੇਰਾ ਹਸਬੈਂਡ ਹੈ। ਤਾਂ ਇਸ ਤਰੀਕੇ ਦੇ ਨਾਲ ਜੋ ਪੂਰੇ ਇਸ ਕੇਸ ਦਾ ਖੁਲਾਸਾ ਹੋਇਆ ਉਹ ਇਹ ਅਸਲ 'ਚ ਗੱਲ ਇਹ ਨਿਕਲੀ ਕਿ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਨੇ ਆਪਣੀ ਮੌਤ ਫੇਕ ਕੀਤੀ, ਉਹਨੇ ਆਪਣੀ ਮੌਤ ਦਾ ਇੱਕ ਡਰਾਮਾ ਰਚਿਆ ਤੇ ਇਸ ਡਰਾਮੇ ਦੇ ਵਿੱਚ ਇੱਕ ਨਿਰਦੋਸ਼ ਤੇ ਇਨੋਸੈਂਟ ਬੰਦੇ ਦਾ ਕੋਲਡ ਬਲੱਡਡ ਮਰਡਰ ਕੀਤਾ। ਇਸ ਮਰਡਰ ਦੇ ਵਿੱਚ ਜਿਹੜੇ ਹੋਰ ਬੰਦੇ ਇਨਵੋਲਵਡ ਸੀਗੇ ਉਹ ਸੀਗੇ ਇੱਕ ਇੰਸ਼ੋਰੈਂਸ ਏਜੰਟ ਰਾਕੇਸ਼ ਸ਼ਰਮਾ, ਜਿਨ੍ਹਾਂ ਨੇ ਇਹਨਾਂ ਨੂੰ ਇਹ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਐਕਸੀਡੈਂਟਲ ਇੰਸ਼ੋਰੈਂਸ ਕਰਾ ਲਓ। ਇਹਨਾਂ ਦੀਆਂ 3 ਅੱਡ-ਅੱਡ ਇੰਸ਼ੋਰੈਂਸ ਪਾਲਿਸੀਜ਼ ਕੀਤੀਆਂ ਸੀਗੀਆਂ, ਗੁਰਪ੍ਰੀਤ ਸਿੰਘ ਦੀ 2 ਕਰੋੜ ਦੀ ਤੇ ਇੱਕ 1 ਕਰੋੜ ਦੀ ਤੇ ਇੱਕ ਹੋਰ 1 ਕਰੋੜ ਦੀ, ਤਾਂ ਜੋ ਐਕਸੀਡੈਂਟਲ ਡੈਥ ਦਿਖਾ ਕੇ ਇਹ ਇੰਸ਼ੋਰੈਂਸ ਕਲੇਮ ਕਰ ਸਕਣ। ਇਹਦਾ ਜਿਹੜਾ ਪ੍ਰਾਈਮ ਮੂਵਰ ਹੈ ਇਸ ਕ੍ਰਾਈਮ ਦਾ, ਜੋ ਇਹਦਾ ਸਭ ਤੋਂ ਵੱਡਾ ਜਿਹਨੇ ਸਾਰੀ ਪੂਰੀ ਕਨਸਪੀਰੇਸੀ ਰਚੀ ਹੈ, ਉਹ ਸੁਖਵਿੰਦਰ ਸੰਘਾ ਹੈ, ਜੋ ਕਿ ਭਗਦਾਣੇ ਪਿੰਡ ਦਾ ਰਹਿਣ ਵਾਲਾ ਹੈ। ਇਹਨੇ ਜਿਹੜੇ ਇਸ ਕੇਸ ਦੇ ਵਿੱਚ ਹੋਰ ਮਿਲਦੇ ਜੁਲਦੇ ਜਿਹੜੇ ਇਹਨਾਂ ਦੇ ਨਾਲ ਕੋ ਅਕਿਊਜ਼ ਸੀ, ਜਿੱਤੋਂ ਇਹਨਾਂ ਨੇ ਕਿਸੇ ਇੱਕ ਬੰਦੇ ਤੋਂ ਦਵਾਈ ਮੰਗਾਈ, ਜਿਹੜੀ ਦਵਾਈ ਸ਼ਰਾਬ ਦੇ ਵਿੱਚ ਪਿਲਾ ਕੇ ਮ੍ਰਿਤਕ ਨੂੰ ਪਿਲਾਈ ਤਾਂ ਜੋ ਉਹ ਬੇਹੋਸ਼ ਰਹੇ ਤੇ ਉਹਨੂੰ ਪਤਾ ਨਾ ਚੱਲੇ। ਉਹਨੂੰ ਬੇਹੋਸ਼ ਕਰਕੇ ਫਿਰ ਉਹਦੇ ਉੱਤੇ ਦੀ ਇਹਨਾਂ ਨੇ ਟਰੱਕ ਲੰਘਾਤਾ, 2 ਵਾਰੀ ਟਰੱਕ ਲੰਘਾਇਆ ਤਾਂ ਜੋ ਜਿਹੜੀ ਹੈ ਡੈਡ ਬੋਡੀ ਉਹ ਕੰਪਲੀਟਲੀ ਇਹ ਡਿਸਟਰੋਏ ਕਰਦੇ ਨੇ। ਉਸ ਤੋਂ ਬਾਅਦ ਇਹਨਾਂ ਦੀ ਸਾਜ਼ਿਸ਼ ਸੀ ਉਹ ਇਸ ਹੱਦ ਤੱਕ ਗਈ ਕਿ ਇਹਨਾਂ ਨੇ ਉਸੇ ਸ਼ਾਮ ਨੂੰ ਇਹਦਾ ਸੰਸਕਾਰ ਕਰ ਦਿੱਤਾ ਤੇ ਕੋਈ ਵੀ ਜਿਹੜਾ ਹੈ ਬੋਡੀ ਦਾ ਕੋਈ ਐਵੀਡੈਂਸ ਨਹੀਂ ਛੱਡਿਆ ਤੇ ਉਹ ਸਾਰਾ ਕੁਝ ਹੀ ਇਹਨਾਂ ਨੇ ਕਰਤਾ, ਖੁਦ ਕਰਤਾ। ਇਸੇ ਕਰਕੇ ਅਸੀਂ 201 ਲਾਇਆ ਸੈਕਸ਼ਨ ਦੇ ਵਿੱਚ। ਕੌਣ ਗ੍ਰਿਫਤਾਰ ਜਾਣ ਹੈ? ਹਾਂਜੀ, ਅੱਛਾ, ਇਹਦੇ ਵਿੱਚ ਜੋ ਮੈਂ ਤੁਹਾਨੂੰ ਇਸ ਕੇਸ ਦੇ ਬਾਰੇ ਦੱਸ ਰਹੀ ਸੀਗੀ ਕਿ ਜੋ ਇਸ ਤਰੀਕੇ ਜੋ ਇਹ ਪੂਰੀ ਸਾਜ਼ਿਸ਼ ਹੈ, ਇਹਦਾ ਜਿਹੜਾ ਵਜ੍ਹਾ ਜੇ ਆਪਾਂ ਲਾਈਏ, ਮਤਲਬ ਇਹਦੀ ਪੂਰੀ ਇਹਨੇ ਹੀਨੀਅਸ ਤੇ ਘਿਨੌਣੇ ਮਰਡਰ ਦੀ, ਉਹ ਸੀਗਾ ਪੈਸਾ। ਇਹਨਾਂ ਨੇ ਈਜ਼ੀ ਮਨੀ ਜਿਹੜਾ ਹੈਗਾ ਇਹ ਸੋਚਣ ਦਾ, ਇਹਨਾਂ ਨੇ ਕਮਾਉਣ ਦਾ ਇੱਕ ਤਰੀਕਾ ਬਣਾਇਆ ਸੀਗਾ। ਇਹਨਾਂ ਨੇ 2 ਹੋਰ ਬੰਦੇ ਵੀ ਆਈਡੈਂਟੀਫਾਈ ਕੀਤੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਬੁਲਾਇਆ, ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ, ਇਸੇ ਮੰਤਵ ਨਾਲ ਕਿ ਇਹਨੂੰ ਟਰੈਪ ਕਰਕੇ, ਦੋਸਤੀ ਕਰਕੇ, ਸ਼ਰਾਬ ਪਿਲਾ ਕੇ, ਇਹਨੂੰ ਬੇਹੋਸ਼ ਕਰਕੇ ਇਹਦਾ ਹਿਜਾ ਅਸੀਂ ਐਕਸੀਡੈਂਟ ਕਰ ਦਾਂਗੇ। ਇਸ ਕੇਸ ਦੇ ਵਿੱਚ ਵੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਕੋਈ ਬਾਇਓਲੋਜੀਕਲ ਐਵੀਡੈਂਸ ਉਸ ਬੰਦੇ ਦਾ ਨਾ ਰਹੇ ਕੁਝ ਵੀ ਮ੍ਰਿਤਕ ਦਾ। ਪਰ ਫਤਿਹਗੜ੍ਹ ਸਾਹਿਬ ਪੁਲਿਸ ਨੇ ਬਹੁਤ ਹੀ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਦੇ ਹੋਏ ਬਾਇਓਲੋਜੀਕਲ ਸੈਂਪਲਸ ਅਸੀਂ ਇਹਦੇ ਵੱਖ-ਵੱਖ ਥਾਂ ਤੋਂ ਪੂਰੀ ਚੇਨ ਆਫ ਐਵੀਡੈਂਸ ਨੂੰ ਬਿਲਡ ਕਰਕੇ, ਜਿੱਥੇ ਕਿਸੇ ਵੀ ਸਾਨੂੰ ਬਾਇਓਲੋਜੀਕਲ ਐਵੀਡੈਂਸ ਮਿਲਣ ਦਾ ਸ਼ੱਕ ਸੀ, ਅਸੀਂ ਉਹ ਰਿਕਵਰ ਕਰਾ ਕੇ ਅਸੀਂ ਉਹਦੀ ਜਿਹੜੀ ਹੈ ਡੈਥ ਨੂੰ ਅਸੀਂ ਇਸਟੈਬਲਿਸ਼ ਕੀਤਾ ਹੈ। ਤੇ ਮੈਂ ਸਮਝਦੀ ਹਾਂ ਕਿ ਸਾਡੇ ਸਾਰਿਆਂ ਦੇ ਲਈ ਇੱਕ ਇਹ ਸਿੱਖ ਵੀ ਹੈ ਕਿ ਜਿਹੜਾ ਬੰਦਾ ਇੱਕ ਸਟ੍ਰੇਂਜਰ ਹੁੰਦਾ ਜਿਹਦੇ ਨਾਲ ਕਈ ਵਾਰੀ ਅਸੀਂ ਇੰਨੀ ਨਜ਼ਦੀਕੀ ਦੋਸਤੀ ਪਾ ਲੈਂਦੇ ਹਾਂ, ਤੇ ਇਹ ਹੋ ਜਿਹਾ ਕੇਸ ਹੈ ਕਿ ਇੰਨੀ ਨਜ਼ਦੀਕੀ ਪਾਉਣ ਤੋਂ ਬਾਅਦ ਤੇ ਇੰਨੇ ਖੂਨੀ ਇਰਾਦੇ ਸੀਗੇ ਉਹਨਾਂ ਦੇ, ਉਹਦੀ ਵਾਈਫ ਦੇ, ਇਸ ਸੁਖਵਿੰਦਰ ਸੰਘਾ ਦੇ, ਇਹ ਜਿਹੜਾ ਮਾਮਾ ਜੱਸਾ ਹੈ, ਰਿੰਕੂ ਨਾਮ ਦਾ ਇੱਕ ਹੋਰ ਬੰਦਾ ਅਰੈਸਟ ਹੋਇਆ ਜਿਹਨੇ ਉਹਦੇ ਕੱਪੜੇ ਚੇਂਜ ਕੀਤੇ। ਖਾਸ ਤੌਰ ਤੇ ਮੈਂ ਦੱਸਣਾ ਚਾਹੂੰਗੀ ਕਿ ਇਹਦੇ ਕੱਪੜੇ ਤੱਕ ਚੇਂਜ ਕੀਤੇ ਗਏ, ਕੱਪੜੇ ਘਰੋਂ ਕੁਝ ਹੋਰ ਪਾ ਕੇ ਗਿਆ ਸੀਗਾ, ਇਹਦੇ ਕੱਪੜੇ ਚੇਂਜ ਕਰਕੇ ਮ੍ਰਿਤਕ ਦੇ ਕੱਪੜੇ ਨੂੰ ਪਾਏ ਗਏ, ਉਹ ਕੱਪੜੇ ਵੀ ਇਹਨਾਂ ਨੇ ਨਾਲ ਡਿਸਟਰੋਏ ਕਰ ਦਿੱਤੇ। ਤਾਂ ਇਹ ਇੱਕ ਬਹੁਤ ਹੀ ਸਨਸਨੀਖੇਜ਼ ਮਰਡਰ ਸੀਗਾ ਜਿਹਦੇ ਵਿੱਚ ਜੋ ਸਿਰਫ ਤੇ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਕੀਤਾ ਗਿਆ ਸੀਗਾ ਤੇ ਇੱਕ ਇਨੋਸੈਂਟ ਤੇ ਨਿਰਦੋਸ਼ ਬੰਦੇ ਦਾ ਮਰਡਰ ਕੀਤਾ ਗਿਆ। ਤੇ ਇਹ ਕੇਸ ਟ੍ਰੇਸ ਕਰਕੇ ਤੇ ਬੰਦਿਆਂ ਨੂੰ ਅਰੈਸਟ ਕਰਕੇ
ਪਹਿਲੀ ਗੱਲ ਤਾਂ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਸਪੀਡੀ ਡੀਐਸਪੀ ਪੀਬੀਆਈ ਡੀਐਸਪੀ ਫਤਿਹਗੜ੍ਹ ਸਾਹਿਬ ਸੀਆਈਏ ਟੀਮ ਸਰਹੰਦ ਥਾਣਾ ਫਤਿਹਗੜ੍ਹ ਸਾਹਿਬ ਥਾਣਾ ਐਸਐਚਓ ਬਡਾਲੀਆ ਸਿੰਘ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇੱਕ ਤਾਂ ਜਿਹੜਾ ਅਕਿਊਜ਼ਡ ਆ ਉਹਨੂੰ ਅਸੀਂ ਜਸਟਿਸ ਜਿਹੜਾ ਇਹ ਮਰਡਰ ਹੋਇਆ ਹੈ ਉਸ ਦੇ ਵਿਕਟਿਮਸ ਨੂੰ ਅਸੀਂ ਜਸਟਿਸ ਦਿਵਾਇਆ ਤੇ ਨਾਲ ਹੀ ਇਹਦੇ ਵਿੱਚ ਸਾਨੂੰ ਪੂਰੀ ਉਮੀਦ ਹੈ ਅਸੀਂ ਇਹਦੇ ਸਾਰੇ ਐਂਗਲਸ ਤੇ ਕੰਮ ਕਰਦੇ ਹਾਂ ਕਿ ਇਹਦੇ 'ਚ ਹੋਰ ਵੀ ਖੁਲਾਸੇ ਕੀ ਨਾਮ ਸੁਖਜੀਤ ਨੂੰ ਪਹਿਲਾਂ ਤੋਂ ਹੀ ਜਾਣਦਾ ਸੀਗਾ ਜੀ? ਤਕਰੀਬਨ ਵਾਰਦਾਤ ਤੋਂ 15-20 ਦਿਨ ਪਹਿਲਾਂ ਤੋਂ ਜਾਣ ਪਛਾਣ ਸ਼ੁਰੂ ਹੋਈ। ਕੌਣ ਗ੍ਰਿਫਤਾਰ ਕੀਤੇ ਗਏ? ਹੋਰ ਵੀ ਸੀਗੇ ਜਿਹੜੇ ਬੰਦਿਆਂ ਨੂੰ ਜਿਹੜੇ ਇਹਨਾਂ ਦੇ ਹੱਥ 'ਚ ਨਹੀਂ ਆਏ, ਦੋ ਬੰਦੇ ਹੋਰ ਵੀ ਸੀਗੇ ਜੀ ਜੀ ਜਿਨ੍ਹਾਂ ਦਾ ਮਰਡਰ ਕਰਨ ਦੀ ਕੋਸ਼ਿਸ਼ ਕਰ ਜਿਨ੍ਹਾਂ ਇਹਨਾਂ ਨੇ ਮਰਡਰ ਕਰਨ ਦੀ ਕੋਸ਼ਿਸ਼ ਕੀਤਾ ਸੀਗਾ। ਇੱਕ ਦੇ ਟੈਟੂ ਬਣਿਆ ਹੋਇਆ ਸੀ, ਇਹਨਾਂ ਨੇ ਡਿਸਕਲੋਜ਼ ਕੀਤਾ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ, ਤਾਂ ਉਹ ਇਹਨਾਂ ਨੇ ਕਿੰਨੇ ਬੰਦੇ ਗ੍ਰਿਫਤਾਰ ਨੇ? ਕੌਣ ਗ੍ਰਿਫਤਾਰ ਨੇ ਹੁਣ ਤੱਕ? ਮੈਂ ਦੱਸ ਚੁੱਕੀ ਹਾਂ ਜੀ 6 ਬੰਦੇ ਗ੍ਰਿਫਤਾਰ ਹੋਏ। ਪ੍ਰੈਸ ਨੋਟ ਦੇ ਵਿੱਚ ਮੈਂ ਲਿਖਿਆ ਹੋਇਆ ਇਹਦੇ 'ਚ ਗੁਰਪ੍ਰੀਤ ਸਿੰਘ ਉਹਦੀ ਜਿਹੜੀ ਵਾਈਫ ਹੈ ਉਹ ਅਰੈਸਟਡ ਹੈ, ਨਾਲ ਖੁਸ਼ਦੀਪ ਕੌਰ ਉਹਦੀ ਵਾਈਫ ਹੈ, ਸੁਖਵਿੰਦਰ ਸਿੰਘ ਸੰਘਾ ਜਿਹੜਾ ਇਹਦਾ ਪ੍ਰਧਾਨੇ ਪਿੰਡ ਦਾ ਜਿਹੜਾ ਪ੍ਰਾਈਮ ਅਕਿਊਜ਼ਡ, ਜਸਪਾਲ ਸਿੰਘ ਜੱਸਾ ਹੈ ਜਿਹੜਾ ਟਰੱਕ ਜਿਹਨੇ ਚਲਾਇਆ ਸੀਗਾ, ਦਿਨੇਸ਼ ਕੁਮਾਰ ਰਿੰਕੂ ਐਂਡ ਰਾਜੇਸ਼ ਕੁਮਾਰ ਸ਼ਰਮਾ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਈ। ਕੋਈ ਵਹੀਕਲ ਵਗੈਰਾ ਵੀ ਬਰਾਮਦ ਹੋਏ ਨੇ ਜੀ ਇਹਨਾਂ ਦਾ ਟਰੱਕ ਜਿਹੜਾ ਹੈਗਾ ਜਿਹੜੇ ਟਰੱਕ ਤੋਂ ਇਹਨਾਂ ਨੇ ਕੀਤਾ ਉਹ 12 ਚ ਬਰਾਮਦ ਕਰਕੇ ਰੱਖਿਆ ਹੋਇਆ। ਨਾਲ ਹੀ ਮੋਟਰਸਾਈਕਲ ਜਿਹੜਾ ਹੈਗਾ ਉਹ ਅਸੀਂ ਕਰਾ ਚੁੱਕੇ ਹਾਂ ਰਿਕਵਰ, ਤੇ ਬਲੀਨੋ ਕਾਰ ਹੈਗੀ ਜਿਹੜੀ ਵੀ ਵਾਰਦਾਤ ਸ਼ੁਰੂ ਹੋਈ ਸੀ ਉਹ ਰਿਕਵਰ। ਪਾਸ ਰਿਕਾਰਡ ਕਿਸੇ ਦਾ ਵੀ ਨਹੀਂ ਲੱਗਾ? ਨਹੀਂ ਜੀ ਇਹਨਾਂ 'ਚ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਤਾਂ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ ਸਾਰੇ, ਬਟ ਪੈਸੇ ਦੇ ਲਾਲਚ ਦੇ ਵਿੱਚ ਇਹਨਾਂ ਨੇ ਇਹ ਜੀ ਕਨਸਪੀਰੇਸੀ ਦਾ। ਗੁਰਪ੍ਰੀਤ ਸਿੰਘ ਕੀ ਕਰਦਾ ਸੀ? ਗੁਰਪ੍ਰੀਤ ਸਿੰਘ ਦਾ ਹਲਦੀਰਾਮ ਦਾ ਇਹਦਾ ਡੀਲਰਸ਼ਿਪ ਸੀਗੀ, ਇਹਦਾ ਕੰਮ ਫੇਲ ਹੋ ਗਿਆ ਸੀਗਾ, ਇਹਦੇ ਦੇਣਦਾਰੀਆਂ ਬਹੁਤ ਵੱਧ ਗਈਆਂ ਸੀਗੀਆਂ। ਕਿਡਨੈਪ ਕਰਕੇ ਉਹਨਾਂ ਦੀ ਹੱਤਿਆ ਕੀਤੀ ਆ, ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਮੇਰੀ ਡੈਥ ਹੋ ਗਈ। ਗੁਰਪ੍ਰੀਤ ਸਿੰਘ ਕਹਿੰਦਾ ਇਹਨਾਂ ਨੇ ਕਲੇਮ ਲੈਣਾ ਸੀ 4.5 ਕਰੋੜ ਰੁਪਏ ਦਾ, ਤੇ ਮੇਰੇ ਹਸਬੰਡ ਨੂੰ ਮਾਰ ਕੇ ਉੱਥੇ ਉਹਨਾਂ ਦੀ ਬਾਡੀ ਦਾ ਸੰਸਕਾਰ ਕੀਤਾ, ਫੁੱਲ ਚੁਗੇ ਆ, ਤੇ ਸਾਨੂੰ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ। ਮੈਂ ਚਾਹੁੰਦੀ ਹਾਂ ਵੀ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿਵਾਓ, ਫਾਂਸੀ ਦੀ ਸਜ਼ਾ ਇਹਨਾਂ ਨੂੰ ਮਿਲਣੀ ਹੀ ਚਾਹੀਦੀ ਹੈ, ਤੇ ਕਦੇ ਜੇਲ੍ਹ ਚੋਂ ਬਾਹਰ ਨਹੀਂ ਆਉਣੇ ਚਾਹੀਦੇ ਜੇ ਆ ਕੇ ਕਿਸੇ ਹੋਰ ਦਾ ਘਰ ਬਰਬਾਦ ਕਰ ਦੇਣਗੇ। ਜਿਸ ਤਰ੍ਹਾਂ ਪੁਲਿਸ ਨੇ ਟ੍ਰੇਸ ਕੀਤਾ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਵੇਂ ਪੁਲਿਸ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਹੱਥ ਜੋੜ ਕੇ, ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜਿਹੀ ਐਪਲੀਕੇਸ਼ਨ ਦਿੱਤੀ ਹੋਈ ਤੇ ਐਡੀ ਵੱਡੀ ਕਾਰਵਾਈ ਕਰਕੇ ਮੇਰੇ ਪਤੀ ਨੂੰ ਇਨਸਾਫ ਦਿਵਾਇਆ ਜੀ। ਤੁਹਾਡਾ ਕੀ ਨਾਮ ਹੈ? ਜੀਵਨਦੀਪ। ਕਿਵੇਂ ਕੀ ਨਾਮ ਸੀ? ਸੁਖਜੀਤ ਸਿੰਘ। ਤੁਹਾਨੂੰ ਕਿਵੇਂ ਸ਼ੱਕ ਹੋਇਆ ਸੀ ਕਿ ਕਿਉਂਕਿ ਉਹ ਇਹਨਾਂ ਦੇ ਨਾਲ ਰਹਿੰਦੇ ਸੀ, ਇਹਨਾਂ ਦੇ ਫੋਨ ਉਹਨਾਂ ਨੂੰ ਚੱਲਦੇ ਸੀ ਤੇ ਉਹ ਇਹਨਾਂ ਨੂੰ ਕਰਦੇ ਸੀ। ਜਿਸ ਦਿਨ ਇਹ ਘਰੋਂ ਗਏ ਆ ਗੁਰਪ੍ਰੀਤ ਸਿੰਘ ਨੇ ਹੀ ਇਹਨਾਂ ਨੂੰ ਫੋਨ ਕਰਕੇ ਬੁਲਾਇਆ। ਫਿਰ ਮੈਂ ਰਾਤ ਨੂੰ 10:30 ਵਜੇ ਜਦ ਫੋਨ ਕੀਤਾ ਮੇਰੇ ਹਸਬੰਡ ਨੇ ਫੋਨ ਚੱਕਿਆ ਨਹੀਂ, ਜਦ ਮੈਂ ਗੁਰਪ੍ਰੀਤ ਨੂੰ ਕੀਤਾ ਉਹਨਾਂ ਨੇ ਵੀ ਨਹੀਂ ਚੱਕਿਆ। ਦੂਜੇ ਦਿਨ ਮੈਂ ਉਹਨਾਂ ਦੀ ਸਿਸਟਰ ਨੂੰ ਗੁਰਪ੍ਰੀਤ ਦੇ ਘਰੇ ਭੇਜਿਆ ਜਾਂ ਸਾਨੂੰ ਪਤਾ ਲੱਗਿਆ ਵੀ ਰੋਡ ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ, ਪਰ ਉਹਨਾਂ ਨੇ ਇਹਨਾਂ ਨੂੰ ਪਛਾਣਨ ਤੋਂ ਬਿਲਕੁਲ ਇਨਕਾਰ ਕਰਤਾ। ਫਿਰ ਹੌਲੀ-ਹੌਲੀ ਸਾਡਾ ਸ਼ੱਕ ਵੱਧਦਾ ਚਲਿਆ ਗਿਆ। ਫਿਰ ਅਸੀਂ ਐਸਐਸਪੀ ਮੈਡਮ ਕੋ ਆਪਣੀ ਦਰਖਾਸਤ ਲੈ ਕੇ ਆਏ ਸੀ, ਉਹਨਾਂ ਨੇ ਸਾਡੀ ਪੂਰੀ ਸੁਣਵਾਈ ਕੀਤੀ।